ਵਾਹਿਗੁਰੂ ਪੋਥੀ ਅੰਗ 63 ਪ੍ਰਸ਼ਨ 74ਵਾਂ ਕਿ ਸ੍ਰੀ ਚੰਡੀ ਜੀ ਦੀ ਵਾਰ ਦਾ ਅੰਮ੍ਰਿਤ ਸ਼ੁੱਧ ਪਾਠ ਕਰਨ ਵਾਲਾ ਕਮਲਾ ਹੋ ਜਾਂਦਾ ਹੈ। ਪਰਮ ਪੂਜੀ ਸੱਚੇ ਸਤਿਗੁਰੂ ਸਾਹਿਬਾਨ ਜੀ ਦੇ ਅਤ ਪਿਆਰੇ ਸਵਾਰੇ ਢਾਡੀ ਸਿੰਘਾਂ ਦੇ ਚਰਨ ਕਮਲਾਂ ਤੇ ਮੱਥਾ ਰੱਖ ਕੇ ਚਰਨ ਚਟ ਕੇ ਪ੍ਰੇਮ ਬੇਨਤੀ ਹੈ ਕਿ ਇਸ ਪਰਮ ਪਵਿੱਤਰ ਵਾਰ ਨੂੰ ਅਤੇ ਸਤਿਗੁਰੂ ਸਾਹਿਬਾਨ ਜੀ ਦੀ ਅੰਮ੍ਰਿਤ ਗੁਰਬਾਣੀ ਰਿਕਾਰਡ ਕਰਕੇ ਪਰਮ ਪੂਜੀ ਸਤਿਗੁਰੂ ਸਾਹਿਬਾਨ ਜੀ ਤੇ ਗੁਰੂ ਪਿਆਰੀ ਸਤਸੰਗੀ ਜੀ ਦੀ ਸਰਵਵਿਆਪੀ ਮਹਾਨ ਅੰਤ ਕਲਾਵਾਨ ਖੁਸ਼ੀ ਪ੍ਰਾਪਤ ਕਰਨ ਜੀ। ਅਸੰਖ ਬ੍ਰਹਮੰਡਾਂ ਦੀ ਰਚਨਹਾਰ ਵਾਹਿਗੁਰੂ ਜੀ ਨੇ ਗੁਲਾਮ ਦੁਖੀ ਜੀਆਂ ਦੀ ਮੁਰਦਿਆਂ ਸਮਾਨ ਦੁਰਦਸ਼ਾ ਹੁੰਦੀ ਦੇਖ ਕੇ ਆਪ ਪਰਮ ਪੂਜਨੀਕ ਸੱਚੇ ਸਤਿਗੁਰੂ ਦਸਵੇਂ ਪਾਤਸ਼ਾਹ ਸਾਹਿਬ ਜੀ ਦਾ ਪਰਮ ਪਵਿੱਤਰ ਸੁ ਸੱਚਾ ਅਵਤਾਰ ਧਾਰਿਆ। ਧਰਤੀ ਦੇ ਭਾਰ ਉਤਾਰਨ ਗੁਲਾਮੀ ਚੁੱਕਣ ਲਈ ਇਹ ਭਾਰੀ ਬੀਰਸੀ ਵਾਰ ਅਤੇ ਹੋਰ ਬੀਰਸੀ ਗੁਰਬਾਣੀ ਦੁਆਰਾ ਪੰਥ ਰਤਨ ਅਤੀ ਰਥ ਜੋਧੇ ਸਾਜੇ ਪੂਰਨ ਵਾਹਿਗੁਰੂ ਜੀ ਦੇ ਸੱਚੇ ਗੁਰੂ ਅਵਤਾਰ ਸਤਿਗੁਰੂ ਸਾਹਿਬ ਜੀ ਦੇ ਮੁਖਾਰ ਵਿੱਚੋਂ ਪ੍ਰਗਟ ਹੋਈ ਜਾਣ ਕੇ ਇਹ ਵਾਰ ਪੂਰਨ ਪ੍ਰੇਮ ਸਰਦਾ ਸਿੱਧੀ ਨਮਸਕਾਰ ਸਹਿਤ ਪੜ੍ਹਨੀ ਚਾਹੀਦੀ ਹੈ। ਇਸ ਨਾਲ ਮਨ ਕਾਇਰਤ ਛੱਡ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਹੋ ਜਾਂਦਾ ਹੈ ਜੀ। ਅੰਗ 64 ਬੀਦਸੀ ਗੁਰਬਾਣੀ ਪੜ੍ਹ ਕੇ ਆਪਣੇ ਨਿੱਜੀ ਸਵਾਰਥ ਲਈ ਜ਼ਮੀਨ ਧਨ ਆਦਿ ਦੇ ਲਾਲਚ ਕਰਕੇ ਕਤਲ ਨਹੀਂ ਕਰਨੇ ਜੀ। ਨਿਰਦੋਸ਼ ਦਾ ਕਤਲ ਵੱਡਾ ਗੁਨਾਹ ਹੈ। ਕਸਰਤ ਦਾਨ ਧਰਮ ਕਾਰਜ ਅੰਮ੍ਰਿਤ ਉੱਠਣਾ ਇਸ਼ਨਾਨ ਭਜਨ ਗੁਰੂ ਸੇਵਾ ਕੁਰਬਾਨੀ ਦੇਣ ਹਰ ਪ੍ਰਕਾਰ ਦੇ ਸਭ ਕਾਰਜ ਨੂੰ ਕਰਨ ਨੂੰ ਜੇਕਰ ਮਨ ਆਲਸ ਕਰੇ ਤਾਂ ਇਸ ਵਾਰ ਤੋਂ ਬੀਰਸੀ ਗੁਣ ਪ੍ਰਾਪਤ ਕਰਕੇ ਇਸ ਨੂੰ ਪੜ੍ਹ ਕੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਅਨੁਸਾਰ ਤੁਰੰਤ ਸਭ ਕਾਰਜ ਕਰਨਾ ਚਾਹੀਦਾ ਹੈ ਜੀ। ਸਨੇਹੀ ਦੇ ਮਰਨ ਤੋਂ ਮਨ ਨੂੰ ਸੱਟ ਵੱਜਣੀ ਧਨ ਨਾਸ ਹੋ ਜਾਣਾ ਆਦਿ ਅਨੇਕ ਪ੍ਰਕਾਰ ਦੀਆਂ ਸੱਟਾਂ ਹਨ। ਇਹ ਪਰਮ ਪਵਿੱਤਰ ਬਾਣੀ ਜੀ ਮਨ ਨੂੰ ਨਵਾਂ ਨਰਵਾ ਤਕੜਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਸੱਚੇ ਚਰਨ ਕਮਲਾਂ ਨਾਲ ਜੋੜਦੇ ਹਨ। ਵਾਵ ਸਮਾਜ ਸਰੂਪ ਸੱਚੇ ਪਾਤਸ਼ਾਹ ਜੀ ਨੇ ਇਸ ਵਾਰ ਦੀ ਪਹਿਲੀ ਪੌੜੀ 'ਚ ਪਰਮ ਪੂਜਨੀਕ ਨੌ ਸਤਿਗੁਰੂ ਸਾਹਿਬਾਨ ਜੀ ਨੂੰ ਪਰਮ ਪਿਆਰ ਅਤੇ ਸਤਿਕਾਰ ਨਾਲ ਸਿਮਰਿਆ ਆਰਾਧਿਆ ਪੂਜਿਆ ਧਿਆਇਆ ਹੈ ਜੀ। ਇਸ ਕਰਕੇ ਇਸ ਵਾਰ ਦੀ ਇਤਨੀ ਵੱਡੀ ਅਕਾਥ ਮਹਾਨਤਾ ਹੈ ਜੀ। ਪੌੜੀ ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿਸਾਰੋ ਉਪਾਇਆ। ਸੱਚੇ ਪਾਤਸ਼ਾਹ ਜੀ ਦੂਜੀ ਪੌੜੀ 'ਚ ਫਰਮਾਉਂਦੇ ਹਨ ਕਿ ਧੰਨ ਵਾਹਿਗੁਰੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਹਨ ਜਿਨ੍ਹਾਂ ਨੇ ਆਪਣੇ ਨਿਰਗੁਣ ਸਰੂਪ ਜੀ ਦੁਆਰਾ ਪ੍ਰਥਮ ਸਭ ਤੋਂ ਪਹਿਲਾਂ ਸਭ ਨੂੰ ਖੰਡਣ ਵਾਲਾ ਖੰਡਾ ਕਾਲ ਸਾਜ ਕੈ ਅਥਵਾ ਸੰਤ ਦੁਖੀਆਂ ਹੰਕਾਰੀਆਂ ਨੂੰ ਖੰਡਣ ਵਾਲਾ ਖੰਡਾ ਸ਼ਸਤਰ ਸਾਜ ਕੈ ਫਿਰ ਸਭ ਸਹਿਸਾਰੋ ਉਪਾਇਆ ਪੈਦਾ ਕੀਤਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਸਾਜੇ ਕੁਦਰਤੀ ਦਾ ਖੇਲ ਰਚਾਏ ਬਣਾਇਆ। ਵਾਹਿਗੁਰੂ ਪਹਿਲੇ ਪਾਤਸ਼ਾਹ ਜੀ ਦੀ ਅਪਾਰ ਸ਼ਕਤੀ ਦੱਸ ਰਹੇ ਹਨ। ਬ੍ਰਹਮਾ ਜੀ ਵਿਸ਼ਨੂੰ ਜੀ ਮਹੇਸ਼ ਸ਼ਿਵ ਜੀ ਨੂੰ ਸਾਜੇ ਰਚ ਕੇ ਆਪਣੀ ਕੁਦਰਤੀ ਸ਼ਕਤੀ ਦਾ ਖੇਲ ਰਚਾਏ ਰਚ ਕੇ ਅਨੰਤ ਬ੍ਰਹਮੰਡਾਂ ਨੂੰ ਬਣਾਇਆ ਸਾਜਿਆ ਹੈ ਜੀ। ਸਿੰਧ ਪਰਬਤ ਮੇਦਨੀ ਬੈਨੂੰ ਥੰਮਾ ਗਗਨ ਰਹਾਇਆ। ਸਿੰਧ ਸਮੁੰਦਰ ਪਰਬਤ ਪਹਾੜ ਮੇਦਨੀ ਧਰਤੀ ਗਗਨ ਆਕਾਸ਼ ਨੂੰ ਬਿਨ ਥੰਮਾਂ ਦੇ ਆਪਣੇ ਗਗਨ ਨਿਰਗੁਣ ਸਰੂਪ 'ਚ ਰਹਾਇਆ ਟਿਕਾਇਆ ਹੈ। ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦੂ ਰਚਾਇਆ।
ਆਪ ਜੀ ਨੇ ਦਾਨੋ ਦੈਂਤ ਦੇਵਤੇ ਸਿਰਜੇ ਰਚੇ। ਤਿੰਨਾਂ ਨੇ ਆਪਣੇ ਅੰਦਰ ਬਾਦੂ ਝਗੜਾ ਰਚਾਇਆ ਰਚਾਉਣਾ ਕੀਤਾ। ਤੈਂ ਹੀ ਦੁਰਗਾ ਸਾਜੇ ਕੈ ਦੈਂਤਾਂ ਦਾ ਨਾਸੁ ਕਰਾਇਆ। ਧਰਮ ਦਾ ਪੱਖ ਰੱਖਦਿਆਂ ਸਨਮੁਖ ਕਹਿ ਰਹੇ ਹਨ, ਹੇ ਪੂਰਨ ਵਾਹਿਗੁਰੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਤੈਂ ਆਪ ਜੀ ਨੇ ਹੀ ਦੁਰਗਾ ਜੀ ਨੂੰ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ ਹੈ। ਤੈਥੋਂ ਹੀ ਬਾਲੋ ਆਰਾਮ ਲੈ ਨਾਲ ਬਾਣਾ ਦਹ ਸਹਿਰੋ ਘਾਇਆ। ਤੈਥੋਂ ਆਪ ਜੀ ਤੋਂ ਹੀ ਬਾਲ ਲੈ ਕੇ ਸ੍ਰੀ ਰਾਮ ਚੰਦਰ ਜੀ ਨੇ ਹੰਕਾਰੀ ਦਹ ਸਹਿਰੋ ਰਾਵਣ ਨੂੰ ਬਾਣਾ ਤੀਰਾਂ ਨਾਲ ਘਾਇਆ ਨਾਸ ਕੀਤਾ। ਇਕੱਠੇ 20 ਤੀਰ ਨਾਭੀ 'ਚ ਇੱਕੋ ਵਾਰੀ ਮਾਰੇ। ਡਿੱਗਿਆ ਵਾਂਗ ਮੁਨਾਰੇ ਹਾਏ ਰਾਮ ਪੁਕਾਰੇ। ਤੈਥੋਂ ਹੀ ਬਾਲੋ ਕ੍ਰਿਸ਼ਨ ਲੈ ਕਾਂਸੋ ਕੇਸੀ ਪਕੜੇ ਗਿਰਾਇਆ। ਹੇ ਵਾਹਿਗੁਰੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਤੈਥੋਂ ਆਪ ਜੀ ਤੋਂ ਹੀ ਸ੍ਰੀ ਕ੍ਰਿਸ਼ਨ ਜੀ ਨੇ ਬਾਲ ਲੈ ਕੇ ਜ਼ਾਲਮ ਕੰਸ ਨੂੰ ਕੇਸੀ ਕੇਸਾਂ ਤੋਂ ਪਕੜ ਕੇ ਗਿਰਾਇਆ ਪਟਕਾਇਆ। ਅੰਗ 65 ਵੱਡੇ ਵੱਡੇ ਮੋਹਨੇ ਦੇਵਤੇ ਕਈ ਜੋਗੋ ਤਿਨੀ ਤਾਨੋ ਤਾਇਆ। ਵੱਡੇ ਵੱਡੇ ਮੋਹਨ ਮੁਨੀ ਦੇਵਤੇ ਹੋਏ। ਤਿੰਨਾਂ ਨੇ ਆਪਣੇ ਤਨ ਸਰੀਰ ਨੂੰ ਕਈ ਜੋਗੋ ਤਾਪਚ ਤਾਇਆ ਤਪਾਉਣਾ ਕੀਤਾ, ਪਰ ਫਿਰ ਵੀ ਕਿਨੀ ਤੇਰਾ ਅੰਤ ਨਾ ਪਾਇਆ। ਕਿਨੀ ਤੇਰਾ ਅੰਤ ਨਾ ਪਾਇਆ। ਕਿਸੇ ਨੇ ਵੀ ਆਪ ਜੀ ਦਾ ਅੰਤ ਨਹੀਂ ਪਾਇਆ ਜੀ। ਇਸ ਬੀਦਸੀ ਪੌੜੀ 'ਚ ਸੰਸਾਰ ਨੂੰ ਰਚਨ ਆਪਣੇ ਨਿਰਗੁਣ ਸਰੂਪ 'ਚ ਟਿਕਾਉਣ ਦੈਂਤਾਂ ਰਾਵਣ ਕੰਸ ਨੂੰ ਮਾਰਨ ਦੀ ਸੱਚੇ ਵਾਹਿਗੁਰੂ ਜੀ ਦੀ ਮਹਾ ਬਿਸਮਾਦ ਵਿਸ਼ਾਲ ਅਥਾਹ ਸ਼ਕਤੀ ਦੱਸੀ ਹੈ ਜੀ, ਜਿਸ ਦਾ ਅੰਤ ਬੇਅੰਤ ਸਮਾਂ ਤਪ ਕਰਨ ਵਾਲੇ ਤਪੀ ਮੁਨੀ ਵੀ ਨਹੀਂ ਪਾ ਸਕੇ। ਅੱਖਰ ਅੱਖਰ ਚੋਂ ਗਹਿਰ ਗੰਭੀਰ ਭਾਰੀ ਵੀ ਰਸ ਡੁੱਲ ਪੈਂਦਾ ਹੈ ਜੀ। ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਦੇਵਤਿਆਂ ਦਾ ਹੰਕਾਰ ਮਿਟਣ ਲਈ ਮਹਿਖਾਸੁਰ ਦੈਂਤ ਸੁੰਡ ਸੂਰਮਾ ਪੈਦਾ ਕੀਤਾ। ਤਿਸ ਨੇ ਦੇਵਤੇ ਜਿੱਤ ਲਏ। ਭਾਰੀ ਹੰਕਾਰ ਨਾਲ ਹਿੱਕ ਥਾਪੜ ਕੇ ਕੁੰਡੀਆਂ ਮੁੱਛਾਂ ਕਰਕੇ ਵੱਡਾ ਸੂਰਬੀਰ ਬਹਾਦਰ ਯੋਧਾ ਮਹਾਬਲਵਾਨ ਅਖਵਾ ਕੇ ਆਪਣੇ ਸਿਰ ਤੇ ਛਤਰ ਫਿਰਾਇਆ। ਤਿੰਨਾਂ ਲੋਕਾਂ ਤੇ ਆਪਣਾ ਰਾਜ ਕਾਇਮ ਕੀਤਾ। ਇਸ ਨੇ ਇੰਦਰ ਨੂੰ ਸੁਰਗ ਚੋਂ ਭਜਾ ਦਿੱਤਾ। ਦੈਂਤਾਂ ਤੋਂ ਹਾਰ ਕੇ ਡਰਾਕੜ ਇੰਦਰ ਨੇ ਕੰਬਦਿਆਂ ਰੋਂਦਿਆਂ ਸ੍ਰੀ ਚੰਡੀ ਜੀ ਪਾਸ ਜਾ ਕੇ ਪ੍ਰੇਮ ਬੇਨਤੀ ਕੀਤੀ, ਤੇਰੀ ਸਾਮ ਤਕਾਈ ਦੇਵੀ ਦੁਰਗ ਸਾਹਾ ਅਨੁਸਾਰ ਮੈਂ ਆਪ ਜੀ ਦੀ ਸ਼ਰਨ ਲਈ ਹੈ। ਇਹ ਸੁਣ ਕੇ ਦੇਵੀ ਜੀ ਭਾਰੀ ਬੀਰ ਰਸ ਧਾਰ ਕੇ ਪੂਰਨ ਧੀਜ ਨਿਰਭੈਤਾ ਨਾਲ ਹੜਹੜਾ ਕੇ ਹੱਸੇ। ਆਪਣੀ ਸਵਾਰੀ ਲਈ ਰਾਖਸ਼ ਭਖਣਾ ਸ਼ੇਰ ਮੰਗਾਇਆ। ਯਥਾ ਉਹੀ ਸਿਓ ਮੰਗਾਇਆ ਰਾਖਸ਼ ਭਖਣਾ। ਦੇਵਤਿਆਂ ਨੂੰ ਧੀਜ ਦਿੱਤਾ ਤੇ ਕਿਹਾ, ਤੁਸੀਂ ਕੋਈ ਵੀ ਚਿੰਤਾ ਨਾ ਕਰੋ। ਜੈਸਾ ਚਿੰਤਾ ਕਰੋ ਨਾ ਕਾਈ। ਦੇਵਾਂ ਨੂੰ ਆਖਿਆ, ਰਾਖਸ਼ਾਂ ਨੂੰ ਮਾਰ ਲਈ ਮਹਾਮਾਈ ਰੋਹ ਵੀਰ ਰਸ ਨਾਲ ਭਰ ਗਈ। ਜੈਸਾ ਰੋਹ ਹੋਈ ਮਹਾਮਾਈ ਰਾਖਸੇ ਮਾਰਨੇ। 16ਵੀਂ ਪੌੜੀ 'ਚ ਮਹਿਖਾਸੁਰ ਦੈਂਤ ਦੇ ਵੀਰ ਰਸ ਬਾਰੇ ਇਉਂ ਲਿਖਦੇ ਹਨ। ਪੌੜੀ ਉਮਲ ਲੱਥੇ ਜੋ ਦੇ ਮਾਰੂ ਵੱਜਿਆ। ਬੱਦਲ ਜਿਉਂ ਮਹਿਖਾਸੁਰ ਰਣ ਵਿੱਚ ਗੱਜਿਆ। ਇੰਦਰ ਜਿਹਾ ਜੋਧਾ ਮੈਥੋਂ ਭੱਜਿਆ। ਕੌਣ ਵਿਚਾਰੀ ਦੁਰਗਾ ਜਿਨ ਰਾਣੂ ਸੱਜਿਆ।
हंकारी मैं खासर ने बदल वांग गरज के कहा, दुर्गा मेरे अगे कौन विचारी है, मेरे नाल लड़ लई जिस दा रण मैदाने जंग सज्जिया है। 55 पौड़ियां चों पहली पौड़ी च अकाल पुरख वाहिगुरु गुरु नानक साहब जी दे सन्मुख अरदास। दूजी पौड़ी च अजप्पा जाप वाहिगुरु प्रीतम गुरु नानक साहब जी नूं बेअंत 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 ही फरमाया है जी। अगे आमो सामने कट्टा वड्डी भी दसी जंग ही जंग दा वर्णन है जी, जिस विच सच धर्म दी जित झूठ पाप हंकार दी महाहार है जी। महान योद्धा महखासुर दैन तो देवी जी ते टुट के पै गया, देवी जी बिजली वांग कड़क के दैन ते टुट के पे। ऐसी कृपान वाही उसदी खोपरी मुंह पिंजरे काठी तारू, घोड़े नूं वढ के अगाह धौलदियां ਸਿੰਘਾਂ च जा वजी। अंग 66 धूमर लोचन गुमानी सूरमे ने अपनी फौज दे नगारियां ते जोर दी चोट मारी। हंकारी ची हंकार नाल उची उची गरजिया, मैं दुर्गा ब्याह के लियाउणी है। सट पई खरचामी दुर्गा लिया बणी, आमनो सामने जंग करदियां सी दुर्गा जी ने ਧੂਮਰ ਲੋਚਨ ਤੇ ਕਿਰਪਾਨ ਮਾਰ ਕੇ ਜੰਪੁਰੀ ਨੂੰ ਭੇਜ ਦਿੱਤਾ। ਜਿਹੜਾ ਕਹਿੰਦਾ ਸੀ ਕਿ ਮੈਂ ਦੁਰਗਾ ਵਿਆਹ ਕੇ ਲਿਆਉਣੀ ਹੈ, ਦੈਂਤਾਂ ਨੇ ਇਕੱਠੇ ਹੋ ਕੇ ਇਹ ਮਾਤਾ ਪਕਾਇਆ। ਬੈਠੇ ਮਾਤਾ ਪਕਾਈ ਦੁਰਗਾ ਲਿਆਵਣੀ। ਫਿਰ ਚੰਡ ਅਤੇ ਮੁੰਡ ਦੋਵੇਂ ਦੈਂਤ ਫੌਜ ਸਮੇਤ ਖਪਾ ਦਿੱਤੇ। ਜਥਾ चंड और मुंड खपाए दोनों देवता। श्री चंडी जी सरणवत बीज दे खून दी जिथे जिथे बूंद डिगदी उथे उथे दैंत पैदा हो जांदे। ये वड्डा नामी दैंत अत हंकारी देवी नूं मारन लई फौज समेत गज वज के चढ़िया। आमो सामने जंग च इस दे खून दियां बूंदां तो बेअंत दैंत पैदा हो गए। चंडी ने काली जी नूं चेते कीता। चंडी दा मत्था फोड़ के निकली, दैंतां दा खून पीण लगी, जिसने दैंतां नूं खपाउणा कीता। सनवत बीज दा खून पी गई, एक बूंद पी धरती ते ना डिगण दित्ती। देवी जी ने सरणवत बीज दे सिर च तेग मार के सिर वढ़ दिता। जथा सिर विच तेग वगाई सरणवत बीज दे उस मगरों सुंभ ते फिर सुंभ नूं पी वढ़ दिता जी। भाई बचित्र सिंह, बाबा उदय सिंह, बाबा आलम सिंह, बाबा संत सिंह साहब जी आदि गुरु के योद्धियां दे भी दसी प्रकाशमयी कारनामिਆਂ ਦਾ अंत नहीं, ਜਿਹੜੇ इस बाणी दे कई कई पाठ निता प्रति करते सन। श्री दमदमी टकसाल ਅਤੇ होर ਨਿਹੰਗ ਸਿੰਘ ਜਥੇਬੰਦੀਆਂ 'ਚ भी इस बाणी ਦਾ बार-बार अभ्यास करते हैं। भला जे कोई किसी होर कारण करके पागल हो जाए तो उसका कारण ये बाणी नहीं है जी। सब ना मरना आया अनुसार सब ने मरना है, सो बार बार इस बाणी दे पाठ करके पूर्ण श्रद्धा दृढ़ता प्राप्त की जावे तां मरण तो निरपै हो जावे। कमजोर दिल गल गल ते मरिया रहिंदा है। सच्चे सतगुरु साहिब जी दी महाबख्शिश जान के प्रेमी अत्यंत श्रद्धा प्रेम नमस्कार सहित बार बार अभ्यास करते हैं। एक तां सतगुरु साहिबान जी दी रची बाणी है, दूजा एक जात सत वाली देवी ने इन्नी बहादुरी दलेरी निरभैता कमाल दी वीरता नाल दैंतां नूं नाश करके जंग जितना जात सत कमाउण दा वड्डा अमुल गुण दृढ़ कराउंदा है कि जित करा के देवी जी जात सत विच कायम हन।
ਵਾਹਿਗੁਰੂ ਗੁਰੂ ਪ੍ਰੇਸੀ ਜੀ ਨੇ ਬਾਣੀ ਰੂਪੀ ਵੀਰਸੀ ਤੀਰ ਚਲਾ ਕੇ ਆਪਣੇ ਸਿੱਖਾਂ ਦੇ ਦਿਲਾਂ 'ਚ ਗੁਰੂ ਜੀ ਤੋਂ ਕੁਰਬਾਨ ਹੋਣ ਰੂਪ ਛੇਕ ਪਾ ਕੇ ਅਤੀ ਰਥ ਯੋਧੇ ਸੂਰਵੀਰ ਬਹਾਦਰ ਜੁਝਾਰੂ ਸੂਰਮੇ ਬਣਾ ਦਿੱਤੇ। ਜਥਾ कबीर साते गुर सूर में बाह्या बानु जो एको लागत ही पुए गेरे परया परा करेजे छे को दुर्गा पाठ बनाया सभे पौड़ियां फिर न जूनी आया जिन एह गाया। सच्चे सतगुरु 10वें पातशाह जी फरमाउंदे हन दर्शन दास ने इस बीरसी वार च सारियां बीरसी पौड़ियां रचियां हन जिन्हां ने बीरसी रहस नूं सरदा प्रेम कागरता ਸਾਹਿਤ ਚਾਅ ਨਾਲ ਗਾਇਆ ਕਮਾਇਆ। ਉਹ ਫੇਰ 84 ਲੱਖ ਜੂਨਾਂ ਤੇ ਨਹੀਂ ਆਏ। ਕਮਲੇ ਹੋਣ ਦੀ ਬਜਾਏ ਕਮਲ ਦੂਰ ਹੁੰਦਾ ਹੈ ਜੀ। ਅੰਗ 67 ਆਵਾ ਨੇ 78 ਜਾਨ 97 ਹੋਰੋ ਪਿਉਟਸੀ ਮਰਦ ਕਾ ਚੇਲਾ वड भागे साऊ ने गुरमुख भगत भाई लालो जी। एमनाबाद गुरुद्वारा रोड़ी साहब जी विखे सच्चे सतगुरु ब्रह्म समर्थ पहले पातशाह जी के दर्शन करके गुरु साहब जी च लीन महाबसमाद हो रहे सन। काया कपड़ो टोको टोको होसी हिंदुस्तान समालसी बोला। आवा ने 78 जान 97 होरू पियोटसी मर्द का चेला। सच की बाणी नानक को आखै साचो सुनाए सी सच की बेला अनुसार। यह भविष्ट वचन भाई लालो जी नूं अत्यंत प्यार नाल संबोधन करके खालसा तारीख अनुसार 1569 ਵਿਕਮੀ ਨੂੰ ਫਰਮਾਏ ਜਿਨ੍ਹਾਂ 'ਚ ਪਾਪੀ ਬਾਬਰ ਨੂੰ ਪਾਪ ਦੀ ਜੰਗ ਦਾ ਲਾੜਾ ਪਾਪ ਅਤਿਅੰਤ ਨਿਰਦਈ ਜ਼ਾਲਮ ਘੋਰ ਭਿਆਨਕ ਜ਼ੁਲਮ ਕਰਨ ਵਾਲਾ ਕਿਹਾ ਹੈ। ਜਿਹੜਾ ਨਿਰਦੋਸ਼ ਜੀਆਂ ਦੀਆਂ ਬਸਤੀਆਂ ਨੂੰ ਅੱਗ ਲਾ ਕੇ ਫੂਕਦਾ ਸੀ। ਸ਼ਰਮ ਧਰਮ ਦਾ ਡੇਰਾ ਦੂਰ ਕਰਕੇ ਪੰਡਤਾਂ ਕਾਜ਼ੀਆਂ ਦੀ ਮਰਜ਼ਾਦਾ ਭੰਗ ਕਰਕੇ ਹਿੰਦੂ ਬਾਣੀਆਂ ਮੁਸਲਮਾਨੀਆਂ ਨੀ ਜਾਤੀ ਵਾਲੀਆਂ ਦੀ ਚੋਰੀ ਜ਼ਬਰਦਸਤੀ ਪਾ ਤੇ ਲੁੱਟਣਗੇ ਤੇ ਧਨ ਦਾ ਦੰਨ ਮੰਗਣਗੇ। ਫਲ ਵੱਢ ਕੇ ਡੱਕੜੇ ਕਰ ਦਿਓ ਸਾੜ ਦਿਓ ਆਦ ਸਖਤ ਹੁਕਮ ਕਰਨ ਰੂਪ ਖੂਨ ਦੇ ਸੋਹਲੇ ਗਾਉਣਗੇ। ਲਹੂ ਮਿੱਝ ਦੀ ਕਹਾਣੀ 'ਚ ਲੋਥਾਂ ਲਹੂ ਨਾਲ ਲੇਥੂ ਪੇਥੂ ਹੋ ਜਾਣਗੀਆਂ। ਸਾਰੇ ਖੂਨ ਨਾਲ ਲਿਬੜ ਕੇ ਭਿਆਨਕ ਹੋ ਜਾਣਗੇ। ਇਹ ਰੱਤ ਦਾ ਕੇਸਰ ਪਾਉਣਗੇ। ऐसा घोर पापी बाबर जावर कावल तो एमनाबाद ते धावा करेगा। जथा आवा ने 78 जान 97 होरू पियोटसी मर्द का चेला। 1578 बिक्रमी च मुगल आवा ने आउणगे। बाबर 1588 बिक्रमी नूं आगरे मरिया। हमायूं राज गद्दी ते बैठा। 1597 च जौनपुरीए पठान शेर शाह सूरी ने जंग जित के हमायूं नूं भजा के राज खो लिया। जिस करके 1597 च एक वार मुगल चले गए पर फिर 1613 बिक्रमी नूं हमायूं ने सिकंदर शाह सूरी पासों दिल्ली खोही। दोबारा ईरानी नादर शाह ने 1797 च मुगल मुहम्मद शाह तो राज खोहिया। पा मुगल राज खत्म हो गया। 1797 च परम पूजनीक बाबे बघेल सिंह जी ने भी दिल्ली मारी। दिल्ली के समूह गुरुद्वारिਆਂ की सब सच्ची सेवा चाह नाल कीती कराई। 219 साल पिछों 1797 ਸਮੇਂ 'ਚ ਮੁਗਲ ਚਲੇ ਗਏ। ਜਿਵੇਂ ਦੂਜੀ ਤੁਕ ਪਾਪ ਕੀ ਜੰਗ ਲੈ ਕਾਬਲ ਹੋ ਧਾਇਆ ਬਾਬਰ ਬਾਰੇ ਹੈ ਤਿਵੇਂ 12ਵੀਂ ਤੁਕ ਆਵਾ ਨੇ 78 ਵੀ ਬਾਬਰ ਬਾਰੇ ਹੀ ਹੈ ਜੀ। ਗੁਰ ਸ਼ਬਦ ਜੀ 'ਚ ਕੇਵਲ 78 97 ਹੈ। ਇਸ ਨਾਲ ਕੇਵਲ 1578
1597 ਜੁੜਦੇ ਹਨ। ਹੋਰ ਉੱਪਰੋਂ 1678 1697 ਨਹੀਂ ਕਲਪਣੇ ਚਾਹੀਦੇ ਜੀ। ਗੁਰ ਸ਼ਬਦ 'ਚ ਸਮਤ ਬਾਰੇ ਕਿਹਾ ਹੈ, ਪਰ ਸਨ 1997 ਜਾਂ 2097 ਆ ਜੇ ਕੋਈ ਗੜਬੜ ਹੋਵੇ ਜਾਂ ਨਾ ਹੋਵੇ, ਉਸ ਦਾ ਇਸ ਗੁਰ ਸ਼ਬਦ ਨਾਲ ਕੋਈ ਵੀ ਸੰਬੰਧ ਨਹੀਂ। ਅੰਗ 68 ਇਹ ਗਲਤ ਪ੍ਰਚਾਰ ਬੜਾ ਭਾਰੀ ਖਤਰਨਾਕ ਹੈ ਬਈ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਨੇ ਆਉਣ ਵਾਲੇ ਹਰੇਕ 78-97 ਚ ਗੜਬੜ ਬਾਰੇ ਕਿਹਾ ਹੈ। ਇਸ ਨਿਸ਼ਚੇ ਵਾਲੇ ਜੰਗ ਦੀ ਤਿਆਰੀ ਕਰਨਗੇ। ਆਪੋ ਵਿੱਚ ਮੁਲਕਾਂ, ਸੂਬਿਆਂ, ਮਜ਼ਹਬਾਂ ਦਾ ਝਗੜਾ, ਜਾਤੀ ਨਫ਼ਰਤ ਬਹੁਤ ਹੈ। ਇਸ ਕਰਕੇ ਆਉਣ ਵਾਲੇ ਹਰੇਕ 78-97 ਚ ਅੱਗ ਭੜਕਦੀ ਰਹੇਗੀ। ਗੁਰ ਸਾਹਿਬ ਜੀ ਦੇ ਗਲਤ ਅਰਥ ਕਰਕੇ ਜਾਣ ਬੁੱਝ ਕੇ ਭੜਕਾਊ ਪ੍ਰਚਾਰ ਕਰਨਾ ਵੱਡਾ ਭਾਰੀ ਖਤਰਨਾਕ ਪਾਪ ਹੈ ਜੀ। ਸੱਚੇ ਸਤਿਗੁਰੂ ਪਾਤਸ਼ਾਹ ਜੀ ਕੋਟਾਨ ਕੋਟ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੁਣ ਆਪ ਜੀ ਅਸੰਖ ਬ੍ਰਹਮੰਡਾਂ ਦੀ ਉਤਪਤੀ ਪਾਲਣਾ ਲਹਿਤਾ ਕਰਦਿਆਂ ਨਿਰਲੇਪ ਸਰਵ ਵਿਆਪਕ ਸਰਵ ਪ੍ਰਕਾਸ਼ ਹੋ ਰਹੇ ਹਨ। ਜਥਾ ਉਪਤੇ ਪਰਲੋ ਖਿਨ ਮਹਿ ਕਰਤਾ ਆਪੇ ਅਲੇਪਾ ਨਿਰਗੁਣੋ ਰਹਤਾ। ਕਰਤਾ ਪੁਰਖ ਜੀ ਦੇ ਸੱਚੇ ਅਵਤਾਰ ਨੇ ਭਿਖਵਾਕ ਨਿਰਯਤਨ ਸਹਿਜੇ ਹੀ ਉਚਾਰੇ ਹਨ, ਜੋ ਸੱਚੇ ਵੀ ਹੋ ਚੁੱਕੇ ਹਨ ਜੀ। ਸੋ ਗੁਰ ਸ਼ਬਦ 'ਚ ਮੁਗਲਾਂ ਦੇ ਆਉਣ ਜਾਣ ਬਾਰੇ ਸੰਮਤ ਹਨ। ਹੋਰੋ ਪਿਉਟਸੀ ਮਰਦ ਕਾ ਚੇਲਾ ਮਰਦ ਬਹਾਦਰ ਸੂਰਾ ਅਕਾਲ ਪੁਰਖ ਜੀ ਨੂੰ ਹੀ ਕਿਹਾ ਹੈ। ਜਥਾ ਸੂਰਨ ਮਹਿ ਤੂੰ ਸੂਰਾ ਕਹੀ ਇਹ। ਸੋ ਮਰਦ ਵਾਹਿਗੁਰੂ ਜੀ ਦਾ ਚੇਲਾ ਉਹ ਹੈ ਜੋ ਜ਼ੁਲਮ ਦਾ ਨਾਸ਼ ਕਰਕੇ ਧਰਮ ਦਾ ਪ੍ਰਕਾਸ਼ ਕਰੇ। ਇਸ ਲਈ ਸ਼ੇਰਸ਼ਾਹ ਸੂਰੀ ਨੂੰ ਮਰਦ ਦਾ ਚੇਲਾ ਨਹੀਂ ਕਿਹਾ। ਹੋਰ ਪੀ ਤੋਂ ਭਾਵ ਕਿ ਬਹਾਦਰ ਮਰਦ ਵਾਹਿਗੁਰੂ ਜੀ ਦੇ ਚੇਲੇ ਸਤਿਗੁਰੂ ਦੂਜੇ ਪਾਤਸ਼ਾਹ ਜੀ ਪਿਉਠਣਗੇ। ਹੁਣ ਸਤਿਗੁਰੂ ਗ੍ਰੰਥ ਸਾਹਿਬ ਜੀ ਫਰਮਾ ਰਹੇ ਹਨ, ਮਰਦ ਪਹਿਲੇ ਪਾਤਸ਼ਾਹ ਜੀ, ਚੇਲੇ ਦੂਜੇ ਪਾਤਸ਼ਾਹ ਜੀ, ਮਰਦ ਦੂਜੇ ਪਾਤਸ਼ਾਹ ਜੀ, ਚੇਲੇ ਤੀਜੇ ਪਾਤਸ਼ਾਹ ਜੀ। ਇਉਂ ਦੱਸੇ ਸਤਿਗੁਰਾਂ ਜੀ ਵੱਲ ਆਉਣਾ ਭਾਵੇਂ ਮੁਗਲਾਂ ਦੇ ਜ਼ੁਲਮ ਦੁੱਖ ਭੁੱਖ ਮਾਰ ਕਰਕੇ ਗਰੀਬ ਪ੍ਰਜਾ ਅਤਿਅੰਤ ਦੁਖੀ ਮਰਿਆ ਸਮਾਨ ਸਹਿਮ ਜਾਵੇਗੀ, ਪਰ ਫਿਰ ਵੀ ਮਰਦ ਅਕਾਲ ਪੁਰਖ ਜੀ ਦੇ ਚੇਲੇ ਸਤਿਗੁਰੂ ਦਸੇ ਪਾਤਸ਼ਾਹ ਜੀ ਇੱਕ ਰਸ ਰਾਤ ਦਿਨੇ ਕੁਰਬਾਨੀਆਂ ਕਰਨਗੇ, ਬੰਦਗੀ ਕਰਾਉਣਗੇ, ਦੁਖੀਆਂ ਨੂੰ ਨਾਮ ਜਪਾ ਕੇ ਸੂਰਵੀਰ ਬਹਾਦਰ ਯੋਧੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਬਣਾ ਦੇਣਗੇ। ਮਰਦ ਚੇਲੇ ਸਤਿਗੁਰੂ ਸਾਹਿਬਾਨ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਣਗੇ। ਮਰਦ ਵਾਹਿਗੁਰੂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਚੇਲੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਧਰਮ ਜੋ ਜਿੱਤਣਗੇ। ਮਰਦ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਚੇਲੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਸਰਬੰਸ ਕੁਰਬਾਨ ਕਰਨਗੇ। ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਅਨਸਾਰ ਸੱਜਣ ਸੂਰੇ ਸਰਵੰਸਦਾਨੀ। ਮਰਦ ਸੱਚੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦਾ ਚੇਲਾ ਖਾਲਸਾ ਪੰਥ ਜੀ ਸਦਾ ਲਈ ਧਰਮ ਹਿਤ ਉੱਠਦਾ ਭਾਵ ਕੁਰਬਾਨ ਹੁੰਦਾ ਰਹੇਗਾ। ਜਿਵੇਂ ਸ਼ੇਰ ਬਹਾਦਰ ਬਾਬਾ ਬੰਦਾ ਸਿੰਘ ਸਾਹਿਬ ਜੀ ਨੇ ਸੰਤ ਦੋਖੀ ਹੰਕਾਰੀ ਵਜੀਦੇ ਨੂੰ ਮਾਰਨਾ, ਜ਼ਾਲਮ ਹਾਕਮਾਂ ਨੂੰ ਦੰਡ ਦੇਣਾ। ਅੰਗ 69 ਪੂਰਨ ਮਰਦ ਸਤਿਗੁਰੂ ਮਹੱਲੇ 10ਵੇਂ ਜੀ ਦੇ ਚੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਤਲੁਜ ਤੋਂ ਪੇਸ਼ਾਵਰ ਅਤੇ ਤਿੱਬਤ ਦੀ ਹੱਦ ਤੋਂ ਸਿੰਧ ਦੀ ਹੱਦ ਤੱਕ ਰਾਜ ਕਾਇਮ ਕਰਕੇ ਗੁਰੂ ਨਾਨਕ ਸ਼ਾਹੀ ਸਿੱਕਾ ਚਲਾ ਦੇਣਾ, ਜਿਸ ਤੇ ਆਪਣਾ ਨਾਮ ਵੀ ਨਾ ਲਿਖਣਾ। ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀ ਆਪ ਜੀ ਪਾਸ ਲਾਹੌਰ ਪਹੁੰਚੇ। ਆਪ ਜੀ ਨੇ ਭਰੇ ਦਰਬਾਰ 'ਚ ਆਪਣੇ ਦਾੜੇ ਨਾਲ ਉਹਨਾਂ ਦੇ ਚਰਨ ਕਮਲ ਝਾੜੇ। ਸੋ ਸਰਵੰਸਦਾਨੀ ਮਰਦ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਚੇਲੇ ਗੁਰੂ ਖਾਲਸਾ ਪੰਥ ਜੀ ਨੇ ਦੁੱਖ ਭੁੱਖ ਮਾਰਾ ਸਹਾਰ ਕੇ ਸਿਰ ਵਾਰ ਕੇ ਦੇਸ਼ 'ਚ ਕੇਸਰੀ ਨਿਸ਼ਾਨ ਸਾਹਿਬ ਜੀ ਝੁਲਾ ਦਿੱਤੇ। ਪਰਮ ਪੂਜਨੀਕ ਇਸ ਗੁਰ ਸ਼ਬਦ ਜੀ 'ਚ ਆਏ ਸੰਮਤ ਬਾਬਰ ਬਾਰੇ ਹੀ ਸਹੀ ਨਿਸ਼ਚੇ ਹਨ ਜੀ।
ज्यों ज्यों तेरा हुक्म तिवै त्यों होवण अनुसार, हुक्म मन के अनुसारी हो के चलिए भाव बात बात त्यागिए जी।